ਸਾਰੇ ਮੁੱਦਿਆਂ ਦਾ ਹੱਲ ਕਰ ਸਕਦੇ ਸੀ। ਜੇ ਬੇਅਦਬੀਆਂ ਦਾ ਕੋਈ ਇਹਨਾਂ ਤੋਂ ਹੱਲ ਨਹੀਂ ਨਿਕਲਿਆ, ਔਰ ਤੁਸੀਂ ਦੇਖਿਆ ਵੀ ਲਾਸਟ ਮੇਰੇ ਖਿਆਲ 1 ਮਹੀਨੇ ਪਹਿਲੇ ਦੀ ਜੇ ਅਸੀਂ ਗੱਲ ਕਰੀਏ ਤਾਂ ਪਾਵਨ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜੀ ਬੇਅਦਬੀ ਹੋਈ ਆ, ਉਸ ਤੋਂ ਬਾਅਦ ਇਹਨਾਂ ਨੇ ਕੋਈ ਗੱਲ ਕਰਨੀ, ਫਿਰ ਸਾਰਿਆਂ ਦੇ ਮੂੰਹ ਜਿਹੜੇ ਉਹ ਬੰਦ ਹੋ ਗਏ। ਕੱਲ੍ਹ ਨੂੰ ਪਰਮਾਤਮਾ ਬਖਸ਼ਿਸ਼ ਕਰਦਾ ਜੇ MLA ਬਣਨਾ ਤਾਂ ਉਸ ਵਿਸ਼ਵਾਸ ਨੂੰ ਆਪਾਂ ਬਹਾਲ ਕਰੀਏ, ਉਹਨਾਂ ਦਾ ਜਿਹੜਾ ਮਨੋਬਲ ਉਹ ਟੁੱਟਣ ਨਾ ਦਈਏ ਔਰ ਉਹਨਾਂ ਦੇ ਵਿੱਚ ਵਿਚਰੀਏ। ਜੇ ਹੁਣ ਤੱਕ ਤਾਂ ਦੇਖੋ ਜਿਹੜਾ ਚਿਹਰੇ ਤੋਂ ਬਿਨਾਂ ਇਹ ਕਾਂਗਰਸ ਲੜ ਰਹੀ ਆ, ਉਹਨਾਂ ਦੇ ਅੱਜ ਮੇਰੇ ਖਿਆਲ ਮੁੱਖ ਮੰਤਰੀ ਦਾ ਇਹ ਬਿਆਨ ਸੀ ਵੀ ਬਿਨਾਂ ਲਾੜੇ ਤੋਂ ਬਰਾਤ ਹੈ। ਦਲਿਤ ਹਿਤੈਸ਼ੀ ਹਮੇਸ਼ਾ ਦਿਖਾਉਣ ਦਾ ਯਤਨ ਕਰਦੀ ਆ ਔਰ ਕਹਿੰਦੀ ਆ ਵੀ ਅਸੀਂ ਦਲਿਤ ਹਿਤੈਸ਼ੀ ਹਾਂ, ਤਾਂ ਫਿਰ ਮੁੱਖ ਮੰਤਰੀ ਚੰਨੀ ਨੂੰ ਕਿਉਂ ਨਹੀਂ ਘੋਸ਼ਿਤ ਕਰ ਸਕਦੇ? ਤਾਂ ਇਹਦਾ ਮਤਲਬ ਦਾਲ 'ਚ ਕੁਛ ਕਾਲਾ ਹੈ। ਉਹ ਪਾਪੂਲੇਸ਼ਨ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਫਿਰ ਵੀ ਜਿਹੜੇ ਸਾਨੂੰ ਸੋਰਸਿਸ ਆ ਜਿਹੜੇ ਉਹ ਪੈਦਾ ਕਰਨੇ ਪੈਣਗੇ, ਔਰ ਉਹਦੇ ਲਈ ਜ਼ਰੂਰੀ ਹੁੰਦੀ ਨੀਅਤ ਔਰ ਵਿਜ਼ਨ, ਔਰ ਉਹ ਦੋਨੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਤੋਂ ਹੈ। ਪਰ ਤੁਸੀਂ ਜਿਹੜਾ ਜੌਬ ਛੱਡੀ ਦਾ ਕੀ ਕਾਰਨ ਸੀਗਾ? ਸਿਆਸਤ ਵਿੱਚ ਕਿਸ ਤਰ੍ਹਾਂ ਆਏ? ਕਾਰਪੋਰੇਸ਼ਨ 'ਚ ਲੱਗਣ ਤੋਂ ਪਹਿਲਾਂ 3 ਨੌਕਰੀਆਂ ਛੱਡੀਆਂ ਸੀਗੀਆਂ। ਤੋ ਮੈਂ ਹੁਣ ਜਦੋਂ ਇਹ ਇਸ ਚੀਜ਼ ਨੂੰ ਦੇਖਦਾ ਤਾਂ ਮੈਨੂੰ ਲੱਗਦਾ ਵੀ ਪਰਮਾਤਮਾ ਨੇ ਇੱਥੇ ਸੇਵਾ ਲੈਣੀ ਸੀਗੀ ਤਾਂ ਉਹ ਆਪ ਲੈ ਆਇਆ। ਪਰ ਚੰਨੀ ਸਾਹਿਬ ਕਹਿ ਲਓ ਜਾਂ ਕਾਂਗਰਸ ਦੇ ਉਮੀਦਵਾਰ ਕਹਿ ਲਓ, ਉਹ ਤਾਂ ਕਹਿੰਦੇ ਵੀ ਅਸੀਂ ਇੰਨਾ ਕੁ ਜ਼ਿਆਦਾ ਕੰਮ ਕਰਤਾ ਪੰਜਾਬ ਦੇ ਵਿੱਚ, ਇੰਨੀ ਕੁ ਜ਼ਿਆਦਾ ਤਰੱਕੀ ਕਰਤੀ, ਗਲੀਆਂ ਦੇ ਵਿੱਚ ਲੋਕ ਟੈਜ਼ ਲੱਗ ਗਿਆ, ਸੀਵਰੇਜ ਪੈ ਗਿਆ, ਅਸੀਂ ਤਰੱਕੀ ਕਰਤੀ ਤੇ ਐਰਕੀ ਜਿਹੜੀ ਸਰਕਾਰ ਫਿਰ ਸਾਡੀ ਬਣੀ। ਮਾਣਯੋਗ ਚੰਨੀ ਸਾਹਿਬ ਕਾਂਗਰਸ ਦੀ ਚੁਆਇਸ ਨਹੀਂ ਸੀ। ਜੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਅਲਾਇੰਸ ਨਾ ਹੁੰਦਾ ਪਹਿਲੀ ਗੱਲ, ਤੇ ਇਹ ਕਦੀ ਵੀ ਮੁੱਖ ਮੰਤਰੀ ਨਹੀਂ ਬਣ ਸਕਦੇ, ਠੀਕ ਹੈ ਨਾ। ਤਾਂ ਜੇ ਕਾਂਗਰਸ ਦੀ ਚੁਆਇਸ ਹੁੰਦੀ ਤਾਂ ਉਹ ਪਹਿਲੀ ਚੁਆਇਸ ਉਹਨਾਂ ਦੀ ਪਹਿਲਾਂ ਹੋਣੀ ਸੀਗੀ। ਇਹ ਤਾਂ ਲੜਾਈ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਪੈ ਗਈ, ਸਿੱਧੂ ਸਾਹਿਬ ਦੀ, ਰੰਧਾਵਾ ਸਾਹਿਬ ਦੀ, ਹੋਰ ਕਈਆਂ ਦੀ, ਤੇ ਉਹਨਾਂ ਨੇ ਵਿੱਚੋਂ ਦੇਖ ਲਿਆ ਵੀ ਇੱਕ ਸੌਫਟ ਜਿਹਾ ਕਾਰਨਰ ਜਿਹਦੇ ਨਾਲ ਸਾਨੂੰ ਇਲੈਕਸ਼ਨ ਦੇ ਵਿੱਚ ਲਾਹਾ ਮਿਲ ਜਾਏ, ਉਹ ਵਰਤਣ ਲਈ ਉਹਨਾਂ ਨੂੰ ਲਗਾਤਾ। ਅਦਰਵਾਈਜ਼ ਕੋਈ ਏਦਾਂ ਦੀ ਗੱਲ ਨਹੀਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਮੈਂ ਗੁਰਜੀਤ ਸਿੰਘ ਔਲਖ ਤੇ ਅੱਜ ਮੇਰੇ ਨਾਲ ਦਿਲਬਾਗ ਸਿੰਘ ਮੇਰੇ ਸਹਿਯੋਗੀ ਨੇ। ਤੇ ਅੱਜ ਅਸੀਂ ਜਿਵੇਂ ਗੱਲ ਕਰੀਏ ਕਿ ਅੱਜ ਜਿਵੇਂ ਪੰਜਾਬ ਦੇ ਵਿੱਚ 2022 ਦੀਆਂ ਇਲੈਕਸ਼ਨਾਂ ਆਉਣ ਵਾਲੀਆਂ ਨੇ ਤੇ ਹਰ ਇੱਕ ਜਿਹੜਾ ਉਮੀਦਵਾਰ ਉਹ ਜ਼ੋਰ ਲਾ ਰਿਹਾ ਕਿ ਇਸ ਵਾਰ ਅਸੀਂ ਹੀ ਜਿੱਤਾਂਗੇ। ਪਰ ਅੱਜ ਇਹ ਗੱਲ ਕਰੀਏ ਅਸੀਂ ਜਲੰਧਰ ਦੇ ਵਿੱਚ, ਜਲੰਧਰ ਸੈਂਟਰ ਤੋਂ ਜਿਹੜੇ ਨੇ ਗਰੇਵਾਲ ਚੰਦਨ ਜੀ ਖੜੇ ਨੇ, ਤੇ ਉਹਨਾਂ ਦਾ ਕਿਵੇਂ ਦਾ ਰੁਝਾਨ ਚੱਲ ਰਿਹਾ ਤੇ ਕਿਵੇਂ ਲੱਗਦਾ ਕਿ ਇਸ ਵਾਰ ਕਿੱਦਾਂ ਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਚੁਣੇ ਗਏ ਨੇ। ਤਾਂ ਸਵਾਗਤ ਕਰਦੇ ਹਾਂ ਉਹਨਾਂ ਦਾ। ਗਰੇਵਾਲ ਸਾਹਿਬ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਪਹਿਲਾਂ ਤਾਂ ਮੁਬਾਰਕਾਂ ਹੋਣ ਟਿਕਟ ਦੀਆਂ। ਬਹੁਤ ਧੰਨਵਾਦ, ਥੈਂਕ ਯੂ। ਗਰੇਵਾਲ ਸਾਹਿਬ, ਕੀ ਲੱਗਦਾ ਹੁਣ ਕਿ ਅਕਾਲੀ ਦਲ ਜਿਵੇਂ ਜਾਂ ਬਸਪਾ ਦਾ ਗੱਠਜੋੜ ਹੋਇਆ ਜੀ, ਤੇ ਜੋ ਪਿਛਲੀਆਂ ਹੋਈਆਂ ਜੋ ਫੁੱਟਬੈਕ ਤੇ ਗਏ ਸੀ ਆਪਾਂ, ਠੀਕ ਆ, ਉਸ ਹਿਸਾਬ ਨਾਲ ਲੱਗਦਾ ਕਿ ਯਾਰ ਕੀ ਫਰਕ ਪਿਆ ਹਲਕੇ ਦੇ ਵਿੱਚ ਤੁਸੀਂ ਵਿਚਰੇ ਹੋ? ਬਿਲਕੁਲ ਬਿਲਕੁਲ 100%। ਅੱਜ ਲੋਕਾਂ ਦਾ ਜੋ ਅਸੀਂ ਡੋਰ ਟੂ ਡੋਰ ਰਾਹੀਂ ਜਾਂ ਲੋਕਾਂ ਨੂੰ ਮਿਲਣ ਵਰਤਨ ਜਾਂ ਮੀਟਿੰਗਸ ਦੇ ਵਿੱਚ ਦੇਖਦੇ ਹਾਂ, ਜੋ ਲੋਕਾਂ ਦਾ ਰੁਝਾਨ ਹੈ ਉਹ ਸਟੇਬਿਲਿਟੀ ਨੂੰ ਲੈ ਕੇ ਉਹਨਾਂ ਦਾ ਕਿਤੇ ਨਾ ਕਿਤੇ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਤੇ ਦੁਬਾਰਾ ਤੋਂ ਯਕੀਨ ਜਿਹੜਾ ਬਹਾਲ ਹੋਇਆ। ਔਰ ਉੱਤੋਂ ਸਭ ਤੋਂ ਵੱਡੀ ਜਿਹੜੀ ਗੱਲ ਹੈ ਤੇ ਅਹਿਮ ਗੱਲ ਜਿਹੜੀ ਇਹ ਹੋਈ ਆ, ਬਹੁਜਨ ਸਮਾਜ ਪਾਰਟੀ ਨੇ ਜਿਹੜਾ ਅਲਾਇੰਸ ਹੋਇਆ, ਤਾਂ ਮੈਂ ਸਮਝਦਾ ਇੱਕ ਮੁੱਖ ਤਾਕਤ ਦੇ ਰੂਪ ਵਜੋਂ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਬਣੇਗੀ। ਤੇ ਜਿਵੇਂ ਇਹਨਾਂ ਦਾ ਪਿੱਛੇ ਗੱਲ ਕਰ ਲਈਏ, ਮਤਲਬ ਬੇਦਬੀ ਦਾ ਲੈ ਕੇ ਮੁੱਦਾ ਕਾਫੀ ਭਗਿਆ ਸੀ ਉਸ ਟਾਈਮ, ਮਤਲਬ ਕੋਈ ਹੋ ਸਕਦਾ ਸੀ ਯਾਰ ਕਿ ਥੋੜਾ ਜਿਹਾ ਦਬਾਅ ਹੋਵੇ, ਕੀ ਲੱਗਦਾ ਤੁਹਾਨੂੰ ਕੁਝ? ਨਹੀਂ, ਉਦੋਂ ਤੱਕ ਸੀਗਾ ਵੀ ਜਦੋਂ ਤੱਕ ਦੇਖੋ 5 ਸਾਲ ਕਾਂਗਰਸ ਸਰਕਾਰ ਰਹੀ ਹੈ ਔਰ ਫੁੱਲੀ ਮੈਂਡੇਟ ਲੈ ਕੇ ਲੋਕਾਂ ਨੇ ਪੂਰਾ ਆਪਣਾ ਸਮਰਥਨ ਇਹਨਾਂ ਨੂੰ ਦੇ ਕੇ ਵੱਡੇ ਮਾਰਜਨ ਦੇ ਨਾਲ ਇਹਨਾਂ ਨੂੰ ਜਿੱਤਾਂ ਦੇ ਕੇ ਤਾਂ ਸਰਕਾਰ ਬਣਾਈ ਸੀਗੀ। ਔਰ 5 ਸਾਲ ਇਹਨਾਂ ਦੇ ਕੋਲ ਸੀਗੀ, ਸਾਰੇ ਮੁੱਦਿਆਂ ਦਾ ਹੱਲ ਕਰ ਸਕਦੇ ਸੀ। ਜੇ ਬੇਅਦਬੀਆਂ ਦਾ ਕੋਈ ਇਹਨਾਂ ਤੋਂ ਹੱਲ ਨਹੀਂ ਨਿਕਲਿਆ, ਔਰ ਤੁਸੀਂ ਦੇਖਿਆ ਵੀ ਲਾਸਟ ਮੇਰੇ ਖਿਆਲ 1 ਮਹੀਨੇ ਪਹਿਲੇ ਦੀ ਜੇ ਅਸੀਂ ਗੱਲ ਕਰੀਏ ਤਾਂ ਪਾਵਨ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜੀ ਬੇਅਦਬੀ ਹੋਈ ਆ, ਉਸ ਤੋਂ ਬਾਅਦ ਇਹਨਾਂ ਨੇ ਕੋਈ ਗੱਲ ਕਰਨੀ, ਫਿਰ ਸਾਰਿਆਂ ਦੇ ਮੂੰਹ ਜਿਹੜੇ ਉਹ ਬੰਦ ਹੋ ਗਏ। ਔਰ ਆ ਪਿਛਲੇ ਰੀਸੈਂਟ ਤੁਸੀਂ 2-4 ਦਿਨ ਦੀ ਪਹਿਲਾਂ ਦੀ ਗੱਲ ਜਿਹੜੀ ਪਟਿਆਲੇ ਕਾਲੀ ਮਾਤਾ ਮੰਦਿਰ ਦੇ ਵਿੱਚ ਵੀ ਬੇਅਦਬੀ ਹੋਈ ਹੈ, ਤਾਂ ਇਹ ਕਿਤੇ ਨਾ ਕਿਤੇ ਤੁਸੀਂ ਦੇਖੋ ਵੀ ਹੁਣ ਕੋਈ ਵੀ ਬੇਅਦਬੀ ਦੀ ਗੱਲ ਨਹੀਂ ਕਰਦਾ। ਤਾਂ ਇਹ ਸਰਕਾਰਾਂ ਨੇ ਇੱਕ ਹਿਡਨ ਏਜੰਡੇ ਦੇ ਤਹਿਤ ਇਹਨੂੰ ਇੱਕ ਹਥਿਆਰ ਵਜੋਂ ਬੇਅਦਬੀਆਂ ਨੂੰ ਜਿਹੜਾ ਆ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ। ਔਰ ਅਕਾਲੀ ਦਲ ਨੇ ਤੁਸੀਂ ਦੇਖੋ ਹਰ ਫਰੰਟ ਤੇ ਆ ਕੇ ਗੱਲ ਕਹੀ ਆ, ਹਰ ਪਲੇਟਫਾਰਮ ਤੇ ਉਹਨਾਂ ਨੇ ਗੱਲ ਕਹੀ ਹੈ ਵੀ ਜਿਹਨੇ ਬੇਅਦਬੀਆਂ ਕਰਵਾਈਆਂ ਉਹਦਾ ਕੱਖ ਨਾ ਰਹੇ। ਔਰ ਬਾਦਲ ਪਰਿਵਾਰ ਵਾਹਦ ਔਰ ਵਾਹਦ ਐਸਾ ਪਰਿਵਾਰ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ 24 ਘੰਟੇ ਚੱਲਦਾ ਹੈ। ਤੋ ਜਿਹੜਾ ਬੰਦਾ, ਅਸੀਂ ਸਾਰੇ ਰੱਬ ਨੂੰ ਮੰਨਣ ਵਾਲੇ ਲੋਕ ਹਾਂ, ਪਰਮਾਤਮਾ 'ਚ ਅਸੀਂ ਵਿਸ਼ਵਾਸ ਰੱਖਦੇ ਹਾਂ, ਤੋ ਜਿਹੜਾ ਰੱਬ ਨੂੰ ਮੰਨਦਾ ਉਹ ਕਤਈ ਵੀ ਉਹਦਾ ਅਨਾਦਰ ਨਹੀਂ ਕਰ ਸਕਦਾ। ਬਿਲਕੁਲ। ਗਰੇਵਾਲ ਸਾਹਿਬ, ਇਸ ਤਰ੍ਹਾਂ ਗੱਲ ਕੀਤੀ ਜਾਵੇ, ਰਮਨ ਅਰੋੜਾ ਜੀ ਕਿਹਾ ਗਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਖੜੇ ਨੇ, ਉਹਨਾਂ ਵੱਲੋਂ ਜਿਹੜਾ ਵਪਾਰੀਆਂ ਦਾ ਕਾਫੀ ਸਮਰਥਨ ਮਿਲ ਰਿਹਾ, ਕੀ ਲੱਗਦਾ ਤੁਹਾਨੂੰ ਕਿ ਕਿਸ ਤਰ੍ਹਾਂ ਦਾ ਰਹੇਗਾ ਸਹਿਯੋਗ? ਨਹੀਂ ਦੇਖੋ, ਚਲੋ ਇਹ ਤਾਂ 20 ਤਰੀਕ ਨੂੰ ਜਦੋਂ ਵੋਟਾਂ ਪੈਣਗੀਆਂ ਜਾਂ 10 ਮਾਰਚ ਨੂੰ ਜਦੋਂ ਰਿਜ਼ਲਟ ਆਏਗਾ ਉਦੋਂ ਪਤਾ ਲੱਗੇਗਾ ਵੀ ਕਿਹਨੂੰ ਸਮਰਥਨ ਮਿਲੇਗਾ। ਜੇਕਰ ਆਪਾਂ ਟੱਕਰ ਦੀ ਗੱਲ ਕਰਦੇ ਹਾਂ, ਤੁਹਾਡੀ ਟੱਕਰ ਕਿਹਦੇ ਨਾਲ ਰਹਿਣ ਵਾਲੀ ਹੈਗੀ ਫਿਰ?
ਨਹੀਂ, ਮੈਂ ਇਹਨਾਂ ਨੂੰ ਮਤਲਬ ਇਦਾਂ ਨਹੀਂ ਹੈ ਵੀ ਟੱਕਰ ਕਿਸੇ ਇੱਕ ਪਾਰਟੀ ਦੇ ਨਾਲ। ਦੇਖੋ, ਮਿਹਨਤ ਕਰਨਾ ਮੈਂ ਸਮਝਦਾ ਮੇਰਾ ਏਜੰਡਾ ਹੈ। ਮਿਹਨਤ ਮੇਰੇ ਵਾਸਤੇ 'ਚ ਹੈ, ਨੇਕ ਨੀਤੀ ਮੇਰੇ ਵਾਸਤੇ 'ਚ ਹੈ। ਬਾਕੀ ਲੋਕਾਂ ਦਾ ਪਿਆਰ ਸਤਿਕਾਰ ਜਿਹਦੇ ਨਾਲ ਹੋਏਗਾ, ਜੋ ਵਾਹਿਗੁਰੂ ਜਿਹ 'ਤੇ ਮਿਹਰ ਕਰੇਗਾ ਉਹ ਆ ਜੇਕਰ ਆਪਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ, ਤੁਸੀਂ ਕਾਫੀ ਲੰਮਾ ਸਮਾਂ ਜਿਹੜਾ ਵਾ ਆਮ ਆਦਮੀ ਪਾਰਟੀ ਵਾਸਤੇ ਪ੍ਰਚਾਰ ਕੀਤਾ, ਕਾਰਨ ਕੀ ਰਿਹਾ ਜਿਹੜਾ ਆਮ ਆਦਮੀ ਪਾਰਟੀ ਫਿਰ ਤੁਸੀਂ ਜਿਹੜਾ ਛੱਡਤਾ ਉਹਨਾਂ ਨੂੰ? ਦੇਖੋ, ਬਹੁਤਾ ਜ਼ਿਆਦਾ ਲੰਬਾ ਸਮਾਂ ਨਹੀਂ ਮੈਂ ਉਹਨਾਂ ਦਾ ਪ੍ਰਚਾਰ ਕੀਤਾ। ਮੈਂ ਫਰਵਰੀ 2017 ਦੇ ਵਿੱਚ ਇਲੈਕਸ਼ਨ ਹੋਇਆ ਸੀਗਾ, ਫਰਵਰੀ 4 ਨੂੰ ਵੋਟਾਂ ਪਈਆਂ ਸੀਗੀਆਂ ਤੇ ਮੇਰੇ ਖਿਆਲ 11 ਨਵੰਬਰ ਨੂੰ ਮੈਂ ਪਾਰਟੀ ਛੱਡ ਦਿੱਤੀ ਸੀ, ਕਿਉਂਕਿ ਉਸ ਦਰਮਿਆਨ ਇੱਕ ਪਿਮਸ ਹਸਪੀਟਲ ਦਾ ਜਿਹੜਾ ਮੁੱਦਾ ਹੋਇਆ ਸੀ, ਉਹਨੂੰ ਲੈ ਕੇ ਪਾਰਟੀ ਜਿਹੜੀ ਆ ਉਹ ਕਿਤੇ ਵੀ ਸਾਡੇ ਨਾਲ ਖੜੀ ਨਜ਼ਰ ਨਹੀਂ ਸੀ ਆਈ, ਕਿਉਂਕਿ ਉਹ ਲੋਕਾਂ ਦਾ ਮੁੱਦਾ ਸੀ। ਸਾਡੀਆਂ ਧੀਆਂ ਭੈਣਾਂ ਜਿਹੜੀਆਂ ਉੱਥੇ ਟੀਚਿੰਗ ਕਰਦੀਆਂ ਸੀਗੀਆਂ, ਐਜੂਕੇਸ਼ਨ ਲੈ ਰਹੀਆਂ ਸੀਗੀਆਂ, ਡਾਕਟਰੀ ਕਰਦੀ ਸੀ, ਈਵਨ ਦੈਨ ਕਈ ਨਰਸਿਸ ਵੀ ਸੀਗੀ, ਡਾਕਟਰਸ ਵੀ ਸੀਗੇ, ਉਹਨਾਂ ਦਾ ਮੁੱਦਾ ਸੀਗਾ। ਤੇ ਉਸ ਮੁੱਦੇ ਦੇ ਉੱਤੇ ਮੈਂ ਜੋ ਮਹਿਸੂਸ ਕਰਦਾ ਕਿ ਪਾਰਟੀ ਨੂੰ ਫਰੰਟ ਲਾਈਨ 'ਤੇ ਆ ਕੇ ਉਸ ਲੜਾਈ ਦੀ ਹਿੱਸੇਦਾਰੀ ਕਰਨੀ ਚਾਹੀਦੀ ਸੀ, ਪਰ ਪਾਰਟੀ ਨੇ ਉਦੋਂ ਕੋਈ ਪੈਰ ਨਹੀਂ ਲਾਇਆ। ਜੇਕਰ ਆਪਾਂ ਗੱਲ ਕਰ ਲਈਏ ਆਜ਼ਾਦੀ ਤੋਂ ਬਾਅਦ ਹੁਣ ਤੱਕ ਜਿਹੜੀ ਚੋਣਾਂ ਹੁੰਦੀਆਂ ਆ ਰਹੀਆਂ ਨੇ, ਵਿਕਾਸ ਕਰਨ ਨੂੰ ਲੱਗਿਆ ਕਿ ਅਸੀਂ ਵਿਕਾਸ ਕਰਾਂਗੇ। ਜੇਕਰ ਕਾਂਗਰਸ ਦੀ ਗੱਲ ਕਰ ਲਈਏ ਤਾਂ ਹੁਣ ਤੱਕ ਕਾਂਗਰਸ ਪਾਰਟੀ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੀ ਜਿਹੜਾ ਵਾ ਪੰਜਾਬ 'ਚ ਸਰਕਾਰ ਦੀ ਰਹੀ ਹੈ, ਤੇ ਹਾਲੇ ਤੱਕ ਵਿਕਾਸ ਦੇ ਨਾਂ ਤੇ ਜਿਹੜਾ ਵਾ ਚੋਣਾਂ ਲੜਦੇ ਆ। ਇਸ ਵਾਰ ਜਿਹੜੀ ਤੁਹਾਡੇ ਵੱਲੋਂ ਚੋਣ ਹੈ ਉਹ ਕਿਸ ਤਰ੍ਹਾਂ ਲੜੀ ਜਾ ਰਹੀ ਹੈ? ਮੇਰੇ ਵੱਲੋਂ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਇਹ ਭਰੋਸਾ, ਇਹ ਵਿਸ਼ਵਾਸ ਦੇਣਾ ਮੈਂ ਸਮਝਦਾ ਸਭ ਤੋਂ ਵੱਡਾ ਜਿਹੜਾ ਚੈਲੰਜ ਆ, ਮੈਂ ਆਪਣੇ ਤੌਰ 'ਤੇ ਮੰਨਦਾ। ਕਿਉਂਕਿ ਲੋਕੀ ਅੱਜ ਇੱਕ ਆਮ ਪਰਸੈਪਸ਼ਨ ਬਣ ਗਈ ਹੈ ਕਿ ਜਿੱਤਣ ਤੋਂ ਬਾਅਦ ਸਾਰੇ ਇੱਕੋ ਜਿਹੇ ਨਿਕਲਦੇ ਆ, ਕੋਈ ਮਿਲਦਾ ਨਹੀਂ, ਇਹਨਾਂ ਦੇ ਧੌਣਾਂ 'ਚ ਸਰਗੇ ਪੈ ਜਾਂਦੇ ਆ, ਕੋਈ ਗੱਲ ਨਹੀਂ ਸੁਣਦਾ। ਤਾਂ ਮੈਂ ਉਸ ਵਿਸ਼ਵਾਸ ਨੂੰ ਪਹਿਲਾਂ ਤਾਂ ਬਹਾਲ ਕਰਨਾ ਚਾਹੁੰਦਾ ਕਿ ਲੋਕਾਂ ਨੂੰ ਇਹ ਲੱਗੇ ਕਿ ਜਿਹੜਾ ਐਮਐਲਏ ਨੂੰ, ਜੇ ਮੈਨੂੰ ਕਿਸੇ ਨੇ ਵੋਟ ਪਾ ਕੇ ਕੱਲ੍ਹ ਨੂੰ ਪਰਮਾਤਮਾ ਬਖਸ਼ਿਸ਼ ਕਰਦਾ ਜੇ ਐਮਐਲਏ ਬਣਨਾ, ਤਾਂ ਉਸ ਵਿਸ਼ਵਾਸ ਨੂੰ ਆਪਾਂ ਬਹਾਲ ਕਰੀਏ, ਉਹਨਾਂ ਦਾ ਜਿਹੜਾ ਮਨੋਬਲ ਉਹ ਟੁੱਟਣ ਨਾ ਦਈਏ ਔਰ ਉਹਨਾਂ ਦੇ ਵਿੱਚ ਵਿਚਰੀਏ। ਜੇਕਰ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਤਾਂ ਕਿਹਾ ਜਾ ਰਿਹਾ ਕਿ ਕੱਲ ਰਾਹੁਲ ਗਾਂਧੀ ਜੀ ਇੱਥੇ ਆਏ ਸਨ ਤੇ ਆਪਦਾ ਚੋਣ ਪ੍ਰਚਾਰ ਕਰਨ ਵਾਸਤੇ ਆਏ ਸੀਗੇ, ਪਰ ਉਹ ਜਿਹੜਾ ਸੀਐਮ ਚਿਹਰਾ ਲੱਭਣ ਦੇ ਵਿੱਚ ਕਾਫੀ ਵਿਅਸਤ ਰਿਹਾ। ਕਿਸ ਤਰ੍ਹਾਂ ਦੇਖਦੇ ਹੋ? ਜੇ ਹੁਣ ਤੱਕ ਤਾਂ ਦੇਖੋ, ਜਿਹੜਾ ਚਿਹਰੇ ਤੋਂ ਬਿਨਾਂ ਇਹ ਕਾਂਗਰਸ ਲੜ ਰਹੀ ਹੈ, ਉਹਨਾਂ ਦੇ ਅੱਜ ਮੇਰੇ ਖਿਆਲ ਮੁੱਖ ਮੰਤਰੀ ਦਾ ਇਹ ਬਿਆਨ ਸੀ ਕਿ ਬਿਨਾਂ ਲਾੜੇ ਤੋਂ ਬਰਾਤ ਹੈ। ਤੋ ਇਹ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ ਕਾਂਗਰਸ ਪਾਰਟੀ ਤੇ, ਔਰ ਉਹਨਾਂ ਦੀ ਮਨਸ਼ਾ ਵੀ ਜਿਹੜੀ ਆਪਣੇ ਆਪ ਨੂੰ ਦਲਿਤ ਹਿਤੈਸ਼ੀ ਹਮੇਸ਼ਾ ਦਿਖਾਉਣ ਦਾ ਯਤਨ ਕਰਦੀ ਆ ਔਰ ਕਹਿੰਦੀ ਹੈ ਵੀ ਅਸੀਂ ਦਲਿਤ ਹਿਤੈਸ਼ੀ ਹਾਂ, ਤਾਂ ਫਿਰ ਮੁੱਖ ਮੰਤਰੀ ਚੰਨੀ ਨੂੰ ਕਿਉਂ ਨਹੀਂ ਘੋਸ਼ਿਤ ਕਰ ਸਕਦੇ? ਤਾਂ ਇਹਦਾ ਮਤਲਬ ਦਾਲ 'ਚ ਕੁਛ ਕਾਲਾ ਹੈ, ਉਹਨਾਂ ਦੀ ਨੀਅਤ ਜਿਹੜੀ ਆ ਉਹ ਠੀਕ ਨਹੀਂ ਹੈ। ਗਰੇਵਾਲ ਸਾਹਿਬ, ਤੁਸੀਂ ਹਮੇਸ਼ਾ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਮਜ਼ਦੂਰਾਂ ਦੇ ਹੱਕਾਂ ਦੇ ਵਿੱਚ ਖੜਦੇ ਆਏ ਜੀ। ਠੀਕ ਆ, ਮਤਲਬ ਤੁਸੀਂ ਹੁਣੇ ਕਿਹਾ ਕਿ ਅਜੇ ਵਿਸ਼ਵਾਸ ਦਿਵਾਉਣ ਦੀ ਮਤਲਬ ਲੋੜ ਹੈ ਜੀ। ਕੀ ਲੱਗਦਾ ਕਿ ਅਜੇ ਵੀ ਵਿਸ਼ਵਾਸ ਲੋਕਾਂ ਨੂੰ ਦਿਵਾਉਣ ਦੀ ਜ਼ਰੂਰਤ ਹੈਗੀ? ਕਿਉਂਕਿ ਤੁਸੀਂ ਸ਼ੁਰੂ ਤੋਂ ਹੀ ਜਿਹੜੇ ਮਜ਼ਦੂਰ ਨੇ, ਠੀਕ ਹੈ, ਐਮਸੀ ਦੇ ਵਿੱਚ ਪ੍ਰਧਾਨ ਰਹੇ, ਠੀਕ ਹੈ, ਤੇ ਅਜੇ ਵੀ ਲੋਕਾਂ ਨੂੰ ਲੱਗਦਾ ਕਿ ਵਿਸ਼ਵਾਸ ਦਿਵਾਉਣਾ ਚਾਹੀਦਾ? ਨਹੀਂ, ਲੋਕਾਂ ਨੂੰ ਨਹੀਂ। ਦੇਖੋ, ਜਿਹੜੇ ਮੇਰੇ ਨਾਲ ਵਿਚਰੇ ਆ ਲੋਕ, ਉਹਨਾਂ ਨੂੰ ਤਾਂ ਮੇਰੇ ਤੇ ਪੂਰਨ ਤੌਰ ਤੇ ਵਿਸ਼ਵਾਸ ਹੈਗਾ ਸੀ ਤਾਂ ਰਹਿਣਾ, ਕਿਉਂਕਿ ਮੈਂ ਉਹਨਾਂ ਲਈ ਜੋ ਕੀਤਾ ਕਰਨ ਵਾਲਾ ਪਰਮਾਤਮਾ ਹੁੰਦਾ, ਪਰ ਮੈਂ ਨੇਕ ਨੀਤੀ ਨਾਲ ਕੀਤਾ। ਔਰ ਇਹ ਜਿਹੜੀ ਸੇਵਾ ਦਾ ਮੌਕਾ ਮਿਲਿਆ, ਇਹ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਸੈਂਟਰਲ ਹਲਕੇ ਤੋਂ ਲੜ ਰਹੀ ਆ, ਕਿਉਂਕਿ ਇੱਥੇ ਹਮੇਸ਼ਾ ਅਲਾਇੰਸ 'ਚ ਰਹੀ ਆ ਬੀਜੇਪੀ ਦੇ ਨਾਲ। ਤੋਂ ਬੀਜੇਪੀ ਲੜਦੀ ਹੁੰਦੀ ਸੀ, ਇੱਕ ਪਾਸੇ ਕਾਂਗਰਸ ਹੁੰਦੀ ਸੀਗੀ ਜਾਂ ਆਮ ਆਦਮੀ ਪਾਰਟੀ ਹੁੰਦੀ ਸੀ। ਤੋਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਮੇਰੇ ਤੇ ਯਕੀਨ, ਇਹ ਬਹੁਤ ਵੱਡਾ ਜਿਹੜਾ ਵਿਸ਼ਵਾਸ ਉਹਨਾਂ ਨੇ ਜਤਾਇਆ। ਤੋਂ ਜਿਹੜੀ ਵਿਸ਼ਵਾਸ ਵਾਲੀ ਗੱਲ ਕਰਦਾ ਮੈਂ, ਲੋਕਾਂ ਨੂੰ ਮਤਲਬ ਇਸ ਗੱਲ ਦੀ ਗੱਲ ਕਰਦਾ ਹਾਂ ਵੀ ਉਹਨਾਂ ਦਾ ਵਿਸ਼ਵਾਸ ਅਸੀਂ ਬਹਾਲ ਰੱਖਣਾ। ਪਹਿਲਾਂ ਤਾਂ ਗੱਲ ਇਹ ਹੈ ਵੀ ਜੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਅਸੀਂ ਕੁਛ ਨਾ ਕੁਛ ਉਹਨਾਂ ਲਈ ਚੰਗਾ ਕਰਕੇ ਜਾਵਾਂਗੇ। ਐਸਾ ਆਪਾਂ ਵਿਸ਼ਵਾਸ ਉਹਨਾਂ ਨੂੰ ਦਿਵਾਉਣਾ ਲੋਕਾਂ ਨੂੰ, ਕਿਉਂਕਿ ਕਈ ਲੋਕ ਵਿੱਚੋਂ ਸਾਰੇ ਤਾਂ ਨਹੀਂ ਨਾ ਮੈਨੂੰ ਜਾਣਦੇ, ਕਈ ਨਹੀਂ ਵੀ ਜਾਣਦੇ। ਤਾਂ ਉਹਨਾਂ ਮਤਲਬ ਜੋ ਪਿਛਲੇ 5 ਸਾਲ ਜਾਂ 10 ਸਾਲ ਦੀ ਗੱਲ ਜੇ ਕਰੀਏ ਪਿਛਲੇ, ਤੇ ਉਹਨਾਂ ਐਮਐਲਏ ਤੋਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਕਿਤੇ ਨਾ ਕਿਤੇ ਉਹ ਭ੍ਰਮਿਤ ਹੈਗਾ। ਪਰ ਗਰੇਵਾਲ ਸਾਹਿਬ, ਵਿਸ਼ਵਾਸ ਤਾਂ ਹੀ ਉੱਡਿਆ ਨਾ। ਮੈਂ ਅੱਜ ਤੋਂ ਜਿੰਨੇ ਵੀ ਪਿਛਾਂਹ ਨੂੰ ਚੱਲ ਜੀਏ, ਹਮੇਸ਼ਾ ਦੋ ਹੀ ਮੁੱਦੇ ਰਹਿੰਦੇ ਨੇ ਜਦੋਂ ਇਲੈਕਸ਼ਨ ਆਉਂਦੀ ਹੈ। ਪਹਿਲਾਂ ਤਾਂ ਇਹ ਹੁੰਦਾ ਜੀ ਅਸੀਂ ਨੌਕਰੀਆਂ ਦੇ ਦਾਂਗੇ ਜੀ, ਅਸੀਂ ਪੰਜਾਬ ਬਦਲ ਦਿਆਂਗੇ ਜੀ, ਠੀਕ ਆ, ਅਸੀਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਖਤਮ। ਤੇ ਅੱਜ ਤੋਂ ਜਦੋਂ ਤੱਕ ਭਾਰਤ ਆਜ਼ਾਦ ਹੋਇਆ ਤਾਂ ਇਹੀ ਵਾਅਦੇ ਤੁਰੇ ਆਉਂਦੇ ਨੇ, ਤਾਂ ਉਹੀ ਲੋਕ ਨੇ, ਠੀਕ ਆ, ਉਹੀ ਜਿਹੜੇ ਨੇਤਾ ਨੇ। ਤੇ ਨਾ ਤਾਂ ਅਜੇ ਤੱਕ ਪੰਜਾਬ ਬਦਲਿਆ, ਠੀਕ ਆ, ਨਾ ਅਜੇ ਤੱਕ ਬੇਰੁਜ਼ਗਾਰੀ ਖਤਮ ਹੋਈ, ਨਾ ਅਜੇ ਤੱਕ ਨਸ਼ਾ ਖਤਮ ਹੋਇਆ। ਦੇਖੋ, ਗੱਲ ਇਹ ਹੈ ਬਈ ਬੀਇੰਗ ਐਜੀਟੇਟਰ, ਮੈਂ ਸ਼ੁਰੂ ਤੋਂ ਯੂਨੀਅਨਿਸਟ ਰਿਹਾ। ਕੈਪਟਨ ਸਾਹਿਬ 2002 'ਚ ਜਦੋਂ ਸਰਕਾਰ ਬਣਦੀ ਹੈ ਤਾਂ 5 ਸਾਲ ਅਸੀਂ ਉਹਨਾਂ ਵੇਲਿਆਂ 'ਚ ਵੀ ਸੰਘਰਸ਼ ਕੀਤਾ। ਉਸ ਤੋਂ ਬਾਅਦ 2007 ਦੇ ਵਿੱਚੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਰਹੀ ਹੈ। ਉਸ ਦਰਮਿਆਨ ਮੇਰੇ ਖਿਆਲ ਜਿੰਨਾ ਮੈਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਨਾਲ ਸਰਕਾਰ ਜਿਹੜੀ ਸੀਗੀ, ਉਸ ਸਰਕਾਰ ਦੇ ਅਗੇਂਸਟ ਅਸੀਂ ਜਿੰਨੇ ਮੇਰੇ ਖਿਆਲ ਅਸੀਂ ਸਟਰਗਲ ਕੀਤਾ, ਅਸੀਂ ਆਪਣੀ ਆਵਾਜ਼ ਬੁਲੰਦ ਕੀਤੀ ਮੁਲਾਜ਼ਮਾਂ ਦੀ ਜੀ।
ਉਹ ਨਹੀਂ ਕਿਸੇ ਕਦੇ ਮਤਲਬ ਆਹ 5 ਸਾਲਾਂ 'ਚ ਨਹੀਂ ਅਸੀਂ ਕੁਝ ਵੀ ਕੀਤਾ। ਔਰ ਉਹਨਾਂ 10 ਸਾਲਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਸ਼੍ਰੋਮਣੀ ਅਕਾਲੀ ਦਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੀ ਉਹਦੇ ਵਿੱਚ ਵੀ ਅਸੀਂ ਲੜੇ। ਔਰ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ 3.5 ਲੱਖ ਦੇ ਲਗਭਗ ਬੱਚਾ ਜਿਹੜਾ ਸੀਗਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਲੈ ਰਿਹਾ ਸੀ। ਤੇ ਆਹ 5 ਸਾਲਾਂ 'ਚ ਉਹ ਬੱਚਾ ਜਿਹੜਾ ਹੈ ਲਗਭਗ 30-40 ਹਜ਼ਾਰ ਰਹਿ ਗਿਆ। ਤਾਂ ਇਟ ਮੀਨਸ ਉਹ ਫਰਕ ਤੁਹਾਨੂੰ ਆਪ ਨਜ਼ਰ ਆਉਂਦਾ ਹੈ। ਜੇ ਇੰਪਲੋਇਮੈਂਟ ਦੀ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ 15,000 ਬੰਦਾ ਲਗਭਗ ਪੂਰੇ ਪੰਜਾਬ 'ਚ ਇੱਕੋ ਹੀ ਸ਼ਾਟ 'ਚ, ਸਫਾਈ ਸੇਵਕ ਵੀ, ਫਿਟਰ ਵੀ, ਮਾਲੀ ਵੀ, ਦੂਸਰੇ ਸੀਵਰਮੈਨ ਵੀ, ਸਾਰੇ ਅਸੀਂ ਉਦੋਂ ਪੱਕੇ ਕਰਵਾਏ ਆ। ਤੇ ਇਦਾਂ ਹੀ ਪੁਲਿਸ ਦੇ ਵਿੱਚ ਵੀ ਤੁਸੀਂ ਦੇਖੀਆਂ ਹੋਣਗੀਆਂ ਵੀ ਜਿਹੜੀਆਂ ਉਸ ਦਰਮਿਆਨ ਲੜਕੀਆਂ ਜਿਹੜੀਆਂ ਕਾਂਸਟੇਬਲ ਲੱਗੀਆਂ ਉਹ ਵੀ ਸ਼੍ਰੋਮਣੀ ਅਕਾਲੀ ਦਲ ਵੇਲੇ ਲੱਗੀ ਆ। ਟੀਚਰਸ ਵੀ ਭਰਤੀ ਹੋਈ ਆ। ਮਤਲਬ 2-2.5 ਲੱਖ ਦੇ ਲਗਭਗ ਜਿਹੜੀ ਆ ਉਸ ਵੇਲੇ ਲੋਕਾਂ ਨੂੰ ਇੰਪਲੋਇਮੈਂਟ ਮਿਲੀ ਆ। ਤੋ ਇੱਥੇ ਅਸੀਂ ਅਕਾਲੀ ਦਲ ਨੂੰ ਨਹੀਂ ਬਲੇਮ ਕਰ ਸਕਦੇ ਵੀ ਉਹਨਾਂ ਨੇ ਕੁਝ ਕੀਤਾ ਨਹੀਂ। ਦੇਖੋ ਕਰਨ ਦੀ ਨੀਅਤ, ਅੱਜ ਪਾਪੂਲੇਸ਼ਨ ਬਹੁਤ ਵੱਧ ਗਈ ਹੈ, ਠੀਕ ਹੈ ਨਾ। ਤਾਂ ਪਾਪੂਲੇਸ਼ਨ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਫਿਰ ਵੀ ਜਿਹੜੇ ਸਾਨੂੰ ਸੋਰਸਿਸ ਆ ਜਿਹੜੇ ਉਹ ਪੈਦਾ ਕਰਨੇ ਪੈਣਗੇ। ਔਰ ਉਹਦੇ ਲਈ ਜ਼ਰੂਰੀ ਹੁੰਦੀ ਨੀਅਤ ਔਰ ਵਿਜ਼ਨ। ਔਰ ਉਹ ਦੋਨੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਤੋਂ ਹੈ ਜੀ। ਜੇਕਰ ਗਰੇਵਾਲ ਸਾਹਿਬ ਆਪਾਂ ਗੱਲ ਕਰ ਲੈਂਦੇ ਆ ਇਲਾਕੇ ਦੀ, ਤਾਂ ਜਦੋਂ ਆਪਾਂ ਮੰਨ ਲਓ ਕਿ ਆਪਾਂ ਵਿਚਰਦੇ ਹਾਂ ਕਿ ਜਦੋਂ ਤੁਸੀਂ ਜੌਬ ਕਰਦੇ ਸੀਗਾ ਕੀ ਕਾਰਨ ਬਣੇ, ਕਿਉਂਕਿ ਜ਼ਿਆਦਾਤਰ ਸੁਪਨਾ ਹੁੰਦਾ ਵਾ ਕਿ ਜਿਹੜਾ ਗਵਰਨਮੈਂਟ ਜੌਬ ਮਿਲ ਜੇ ਜੀ, ਪਰ ਤੁਸੀਂ ਜਿਹੜਾ ਜੌਬ ਛੱਡੀ ਤਾਂ ਕੀ ਕਾਰਨ ਸੀਗਾ, ਸਿਆਸਤ ਵਿੱਚ ਕਿਸ ਤਰ੍ਹਾਂ ਆਏ ਫਿਰ? ਦੇਖੋ ਇਹ ਡੈਸਟਨੀ ਆਪਾਂ ਕਹਿ ਸਕਦੇ ਹਾਂ, ਕਿਸਮਤ ਕਹਿ ਸਕਦੇ ਹਾਂ। ਪਰਮਾਤਮਾ ਵਾਹਿਗੁਰੂ ਨੇ ਜਿੱਥੇ ਤੁਹਾਡੇ ਤੋਂ ਡਿਊਟੀ ਲੈਣੀ ਹੈ ਉਹ ਆਪੇ ਹੀ ਬਾਂਹ ਫੜ ਕੇ ਤੁਹਾਨੂੰ ਲੈ ਜਾਂਦਾ। ਮੈਂ ਕਾਰਪੋਰੇਸ਼ਨ 'ਚ ਲੱਗਣ ਤੋਂ ਪਹਿਲਾਂ 3 ਨੌਕਰੀਆਂ ਛੱਡੀਆਂ ਸੀਗੀਆਂ। ਮੈਂ ਫਾਰਮਾਸਿਸਟ ਦਾ ਕੋਰਸ ਕਰਨ ਲੱਗਾ, ਉਹ ਛੱਡ ਦਿੱਤਾ ਸੀਗਾ। ਤੋ ਮੈਂ ਹੁਣ ਜਦੋਂ ਇਹ ਇਸ ਚੀਜ਼ ਨੂੰ ਦੇਖਦਾ ਤਾਂ ਮੈਨੂੰ ਲੱਗਦਾ ਵੀ ਪਰਮਾਤਮਾ ਨੇ ਇੱਥੇ ਸੇਵਾ ਲੈਣੀ ਸੀਗੀ ਤਾਂ ਉਹ ਆਪ ਲੈ ਆਇਆ। ਜੇ ਗੱਲ ਕਰੀ ਪਾਰਟੀਆਂ ਦੀ, ਪਾਰਟੀਆਂ ਕਾਫੀ ਨੇ, ਸ਼੍ਰੋਮਣੀ ਅਕਾਲੀ ਦਲ ਹੀ ਕਿਉਂ ਫਿਰ ਚੁਣੀ ਸੀ? ਨਹੀਂ, ਸ਼੍ਰੋਮਣੀ ਅਕਾਲੀ ਦਲ ਦੇਖੋ ਮੈਂ ਤੁਹਾਨੂੰ ਜਿੱਦਾਂ ਦੱਸ ਰਿਹਾ ਵੀ ਸਭ ਤੋਂ ਜ਼ਿਆਦਾ ਮੈਂ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੀਤਾ। ਉਸ ਦਰਮਿਆਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨਾਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨਾਲ ਨੇੜਤਾ ਵੀ ਰਹੀ, ਲੜਾਈ ਵੀ ਰਹੀ ਔਰ ਉਹਨਾਂ ਨੂੰ ਜਾਣਨ ਦਾ ਵੀ ਮੌਕਾ ਮਿਲਿਆ। ਕਿਉਂਕਿ ਹਰੇਕ ਜਾਇਜ਼ ਮੰਗ ਲਈ ਉਹਨਾਂ ਨੇ ਕਦੀ ਵੀ ਮਤਲਬ ਕੋਈ ਦੋ ਰਾਏ ਨਹੀਂ ਰੱਖੀ। ਉਹਨਾਂ ਨੇ ਜਿਹੜੀ ਗੱਲ ਹੋਣ ਵਾਲੀ ਸੀਗੀ ਇੱਕੋ ਹੀ ਸ਼ਾਰਟ 'ਚ ਕਰ ਦਿੰਦੇ ਸੀ। ਤੋ ਮੇਰੇ ਲਈ ਇਹ ਸੀਗਾ ਵੀ ਸਭ ਤੋਂ ਜ਼ਿਆਦਾ ਜਿੱਥੇ ਸਨਮਾਨ ਹੋਵੇ। ਤੁਸੀਂ ਦੇਖੋ ਜਨਰਲ ਸੀਟ ਤੋਂ ਅੱਜ ਤੱਕ ਕਿਸੇ ਨੇ ਕਿਸੇ ਨੂੰ ਲੜਾਇਆ, ਇਸ ਤੋਂ ਵੱਡਾ ਸਨਮਾਨ ਕੌਣ ਦੇ ਸਕਦਾ, ਠੀਕ ਹੈ ਨਾ। ਤੋ ਜੇ ਅਗਲੇ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਜੇ ਮੂੰਹ ਹੀ ਮੇਰਾ ਪੂੰਝਣਾ ਹੁੰਦਾ ਤਾਂ ਮੈਨੂੰ ਕਿਤੇ ਰਿਜ਼ਰਵ ਤੋਂ ਵੀ ਲੜਾ ਸਕਦੇ ਸੀ ਜਾਂ ਹੋਰ ਮਤਲਬ ਕਹਿ ਸਕਦੇ ਸੀ ਵੀ ਤੈਨੂੰ ਬਈ ਬਾਅਦ ਚੋਂ ਉਹ ਚੇਅਰਮੈਨ ਹੀ ਦੇ ਦਿਆਂਗੇ, ਠੀਕ ਹੈ ਨਾ। ਤਾਂ ਉਹਨਾਂ ਨੇ ਜੇ ਐਡਾ ਵੱਡਾ ਵਿਸ਼ਵਾਸ ਜਤਾਇਆ, ਇਹ ਬਹੁਤ ਵੱਡੀ ਗੱਲ ਹੈ। ਕਿਉਂਕਿ ਜੇਕਰ ਆਪਾਂ ਇਸ ਵਾਰ ਵੇਖੀਏ ਕਿਸਾਨ ਜਿਹੜੇ ਨੇ, ਕਿਸਾਨ ਵੀ ਚੋਣ ਲੜ ਰਹੇ ਨੇ, ਕਿਉਂਕਿ ਪਹਿਲਾਂ ਤਾਂ ਰਵਾਇਤੀ ਪਾਰਟੀਆਂ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਸੀਗਾ, ਟੱਕਰ ਦੋਵਾਂ ਦਾ ਆਪਸ ਵਿੱਚ ਹੁੰਦਾ ਸੀ। ਪਰ ਇਸ ਵਾਰ ਕਿਸਾਨ ਵੀ ਆ ਚੁੱਕੇ ਨੇ ਵੱਖ-ਵੱਖ ਪਾਰਟੀਆਂ। ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਣੀ ਪਾਰਟੀ ਜਿਹੜੀ ਹੈ ਉਹ ਵੱਖਰੀ ਹੈ, ਸਰਕਾਰ ਬਣਾਉਣ ਦੀ ਸੋਚ ਰਹੇ ਨੇ। ਜੇਕਰ ਆਪਾਂ ਵੇਖ ਲਈਏ ਤਾਂ ਅਲੱਗ-ਅਲੱਗ ਪਾਰਟੀਆਂ ਹੋ ਚੁੱਕੀਆਂ, ਕਿਸ ਤਰ੍ਹਾਂ ਇਹ ਵਾਰ ਮੁਕਾਬਲਾ ਕਿਵੇਂ ਦਾ ਵੇਖ ਰਹੇ ਹੋ? ਦੇਖੋ ਇਲੈਕਸ਼ਨ ਲੜਨਾ ਜਿਹੜਾ ਇਹ ਸਾਡਾ ਸੰਵਿਧਾਨਿਕ ਅਧਿਕਾਰ ਹੈ। ਹਰੇਕ ਬੰਦਾ, ਇਹ ਲੋਕਤਾਂਤਰਿਕ ਦੇਸ਼ ਹੈ, ਹਰੇਕ ਬੰਦਾ ਆਪਣੀ ਜਿਹੜੀ ਆ ਮਤਲਬ ਜੋ ਉਹਦਾ ਜੀ ਕਰਦਾ ਉਹ ਕਰ ਸਕਦਾ ਹੈ, ਠੀਕ ਹੈ ਨਾ। ਤੇ ਜੇ ਕਿਸਾਨ ਵੀਰ ਵੀ ਲੜਦੇ ਅਸੀਂ ਸਵਾਗਤ ਕਰਦੇ ਹਾਂ ਔਰ ਲੋਕ ਜੇ ਉਹਨਾਂ ਨੂੰ ਪਿਆਰ ਦੇਣਗੇ ਤਾਂ ਅਸੀਂ ਉਹਦਾ ਵੀ ਸਵਾਗਤ ਕਰਦੇ ਹਾਂ। ਪਰ ਜੋ ਵੀ ਹੋਣਾ ਚਾਹੀਦਾ ਨੀਅਤ ਔਰ ਇਮਾਨਦਾਰੀ ਨਾਲ ਹੋਣਾ ਚਾਹੀਦਾ। ਗਰੇਵਾਲ ਸਾਹਿਬ ਹੁਣ ਤੁਸੀਂ ਮਤਲਬ ਵਿਚਰ ਰਹੇ ਹੋ, ਮਤਲਬ ਘਰ ਡੋਰ ਟੂ ਡੋਰ ਜਾ ਰਹੇ ਹੋ ਜੀ, ਕਿੱਦਾਂ ਦਾ ਰੁਝਾਨ ਲੱਗਦਾ ਤੁਹਾਨੂੰ ਲੋਕਾਂ ਦੇ ਵਿੱਚ? ਮੈਂ ਦੇਖੋ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਵੀ ਜਦੋਂ ਅਸੀਂ ਡੋਰ ਟੂ ਡੋਰ ਕਰਦੇ ਹਾਂ, ਮੀਟਿੰਗਸ ਕਰਦੇ ਹਾਂ, ਲੋਕਾਂ ਨੂੰ ਮਿਲਦੇ ਹਾਂ ਤਾਂ ਲੋਕਾਂ ਦਾ ਜੋ ਉਤਸ਼ਾਹ ਹੈ ਉੱਥੋਂ ਲੱਗਦਾ ਹੈ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਤੇ ਵਿਸ਼ਵਾਸ ਕਰਨਗੇ। ਪਰ ਚੰਨੀ ਸਾਹਿਬ ਕਹਿ ਲਓ ਜਾਂ ਕਾਂਗਰਸ ਦੇ ਉਮੀਦਵਾਰ ਕਹਿ ਲਓ, ਉਹ ਤਾਂ ਕਹਿੰਦੇ ਵੀ ਅਸੀਂ ਇੰਨਾ ਕੁ ਜ਼ਿਆਦਾ ਕੰਮ ਕਰਤਾ ਪੰਜਾਬ ਦੇ ਵਿੱਚ, ਇੰਨੀ ਕੁ ਜ਼ਿਆਦਾ ਤਰੱਕੀ ਕਰਤੀ, ਗਲੀਆਂ ਦੇ ਵਿੱਚ ਲੋਕ ਟਾਇਲਸ ਲੱਗ ਗਿਆ, ਸੀਵਰੇਜ ਪੈ ਗਿਆ, ਅਸੀਂ ਤਰੱਕੀ ਕਰਤੀ ਤੇ ਐਰਕੀ ਜਿਹੜੀ ਸਰਕਾਰ ਫਿਰ ਸਾਡੀ ਹੀ ਬਣੂ। ਮੈਂ ਕਿਹਾ ਤੁਸੀਂ ਮੇਰੀ ਗੱਲ ਤੇ ਤਾਂ ਯਕੀਨ ਕਰੋ ਨਾ, ਕਿਉਂਕਿ ਅਸੀਂ ਤਾਂ ਓਪੋਜੀਸ਼ਨ ਪਾਰਟੀ 'ਚੋਂ, ਠੀਕ ਹੈ ਨਾ। ਤੁਸੀਂ ਸ਼ਹਿਰ 'ਚ ਜਾ ਕੇ ਆਪ ਸਰਵੇ ਕਰੋ, ਦੇਖ ਲਓ ਵੀ ਕਿੰਨਾ ਕੁ ਵਿਕਾਸ ਹੋਇਆ। ਔਰ ਜਿਸ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਬਈ ਫਾਈਲ ਹਾਲੇ ਰਾਜਪਾਲ ਦੀ ਅਪਰੂਵਲ ਲਈ ਗਈ ਹੈਗੀ ਆ 36,000 ਨੌਕਰੀ ਦੇਣ ਦੀ ਜਿਹੜੀ ਗੱਲ ਕਰਦਾ ਸੀ, ਤੇ ਉਹ ਹਾਲੇ ਅਪਰੂਵ ਹੀ ਨਹੀਂ ਹੋਈ। ਤੇ ਮਾਨਯੋਗ ਮੰਤਰੀ ਸਾਹਿਬ ਐਡੇ ਕਾਹਲੇ ਸੀਗੇ, ਉਹਨਾਂ ਨੇ ਬੋਰਡ ਵੀ ਲਵਾ ਦਿੱਤੇ। ਉਸ ਤੋਂ ਬਾਅਦ ਵੀ ਲੋਕ ਤੁਸੀਂ ਦੇਖੋ ਪ੍ਰਗਟ ਸਿੰਘ ਦੇ ਟਿਲ ਦੈਨ ਲੋਕਡਾਊਨ ਕਹਿ ਰਿਹਾ ਵੀ ਕੋਡ ਆਫ ਕੰਡਕਟ ਨਹੀਂ ਜਦੋਂ ਤੱਕ ਲੱਗਾ, ਉਦੋਂ ਤੱਕ ਲਾਸਟ ਨਾਈਟ ਤੱਕ ਉੱਥੇ ਲੋਕ ਬੈਠੇ ਰਹੇ ਆ। ਸਾਰੀਆਂ ਜਥੇਬੰਦੀਆਂ ਦੇ 4 ਜਥੇਬੰਦੀਆਂ ਸੀਗੀਆਂ ਜਿਨ੍ਹਾਂ ਨੇ ਸਰਦਾਰ ਪ੍ਰਗਟ ਸਿੰਘ ਉਹਨਾਂ ਦੇ ਘਰ ਦੇ ਬਾਹਰ ਲਗਾਇਆ ਹੋਇਆ ਸੀ। ਈਵਨ ਦੈਨ ਕਈ ਮੁੰਡੇ ਜਿਹੜੇ ਟੈਂਕੀਆਂ ਦੇ ਵਿੱਚ ਚੜੇ ਹੋਏ ਸੀਗੇ। ਤਾਂ ਜਿਹੜੇ ਉਹ 36,000 ਨੌਕਰੀ ਦੇਣ ਵਾਲੀ ਗੱਲ ਸੀ, ਜਿਸ ਮੁੱਖ ਮੰਤਰੀ ਨੂੰ ਇੰਨਾ ਹੀ ਨਹੀਂ ਪਤਾ
ਵੀ ਹਾਲੇ ਫਾਈਲ ਅਪਰੂਵ ਹੀ ਨਹੀਂ ਹੋਈ ਤਾਂ ਉਹਨੇ ਬੋਰਡ ਕਿੱਦਾਂ ਲਵਾਤੇ, ਕਿਸ ਬਿਨਾਂ ਤੇ ਲਗਾਤੇ। ਔਰ ਸੈਕੰਡ ਤਾਂ ਮਹੱਤਵਪੂਰਨ ਗੱਲ ਇਹ ਆ ਵੀ ਮਾਣਯੋਗ ਚੰਨੀ ਸਾਹਿਬ ਕਾਂਗਰਸ ਦੀ ਚੁਆਇਸ ਨਹੀਂ ਸੀ। ਜੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਅਲਾਈਅੰਸ ਨਾ ਹੁੰਦਾ, ਪਹਿਲੀ ਗੱਲ ਤੇ ਇਹ ਕਦੀ ਵੀ ਮੁੱਖ ਮੰਤਰੀ ਨਹੀਂ ਸੀ ਬਣ ਸਕਦੇ ਜੀ। ਠੀਕ ਆ। ਦੂਜੀ ਗੱਲ, ਜੇ ਸ਼੍ਰੋਮਣੀ ਅਕਾਲੀ ਦਲ ਇਹ ਘੋਸ਼ਣਾ ਨਾ ਕਰਦਾ ਕਿ ਅਸੀਂ ਡਿਪਟੀ ਸੀਐਮ ਬਣਾਉਣਾ ਸੀ ਦਲਿਤ ਸਮਾਜ ਤੋਂ, ਤੇ ਇਹ ਕਦੀ ਸੀਐਮ ਨਹੀਂ ਸੀ ਬਣ ਸਕਦੇ। ਕਿਉਂਕਿ ਚੰਨੀ ਸਾਹਿਬ ਕਿਹੜਾ ਵੀ ਰਾਤੋਂ ਰਾਤ ਉਹਨਾਂ 'ਚ ਸ਼ਾਮਲ ਹੋਏ ਤਾਂ ਉਹਨਾਂ ਨੇ ਰਾਤੋਂ ਰਾਤ ਬਣਾ ਦਿੱਤਾ, ਕਿੰਨੇ ਦੇਰ ਤੋਂ ਆ ਜੀ। ਠੀਕ ਹੈ ਨਾ। ਤਾਂ ਜੇ ਕਾਂਗਰਸ ਦੀ ਚੁਆਇਸ ਹੁੰਦੀ ਤਾਂ ਉਹ ਪਹਿਲੀ ਚੁਆਇਸ ਉਹਨਾਂ ਦੀ ਪਹਿਲਾਂ ਹੋਣੀ ਸੀਗੀ। ਇਹ ਤਾਂ ਲੜਾਈ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਪੈ ਗਈ, ਸਿੱਧੂ ਸਾਹਿਬ ਦੀ, ਰੰਧਾਵਾ ਸਾਹਿਬ ਦੀ, ਹੋਰ ਕਈਆਂ ਦੀ, ਤੇ ਉਹਨਾਂ ਨੇ ਵਿੱਚੋਂ ਦੇਖ ਲਿਆ ਵੀ ਇੱਕ ਸੌਫਟ ਜਿਹਾ ਕਾਰਨਰ ਜਿਹਦੇ ਨਾਲ ਸਾਨੂੰ ਇਲੈਕਸ਼ਨ ਦੇ ਵਿੱਚ ਲਾਹਾ ਮਿਲ ਜਾਏ, ਉਹ ਵਰਤਨ ਲਈ ਉਹਨਾਂ ਨੂੰ ਲਗਾਤਾ। ਅਦਰਵਾਈਜ਼ ਕੋਈ ਏਦਾਂ ਦੀ ਗੱਲ ਨਹੀਂ। ਪਰ ਜਦੋਂ ਇਹ ਇਲੈਕਸ਼ਨ ਆਏ ਹਨਾ, ਇਹਨੂੰ ਸਭ ਕੋਈ ਸਮਾਂ ਪਹਿਲਾਂ ਹੀ ਮੈਂ ਕਹਿੰਦਾ ਵੀ ਇਹਨਾਂ ਨੂੰ ਚੁਣਿਆ ਗਿਆ। ਠੀਕ ਹੈ, ਐਲਾਨ ਵੀ ਵੱਡੇ ਕਰਤੇ ਬਿਜਲੀ ਬਿੱਲ ਨੂੰ ਲੈ ਕੇ। ਠੀਕ ਹੈ, ਚਲੋ ਉਹ ਫ੍ਰੀ ਬੱਸ ਦੀ ਸੁਵਿਧਾ ਲਾ ਲਓ ਜਾਂ ਹੋਰ ਇੱਦਾਂ ਦੀਆਂ ਸਹੂਲਤਾਂ ਜਿਹੜੀਆਂ ਹੁਣ ਆ ਕੇ ਦਿੱਤੀਆਂ। ਜਦ ਕਿ 5 ਸਾਲ ਜਦੋਂ ਸਰਕਾਰ ਰਹੀ ਆ, ਉਹ ਟਾਈਮ ਕਿਉਂ ਨਹੀਂ ਦਿੱਤੀਆਂ ਗਈਆਂ? ਮੈਂ ਤਾਂ ਇਹ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਲੋਕਾਂ ਨੂੰ ਜਾ ਕੇ ਪੁੱਛੋ ਵੀ ਜਿਹੜੀ ਬਿਜਲੀ ਮਾਫੀ ਦੀ ਗੱਲ ਹੋਈ ਹੈ ਕਿੰਨੀ ਕੁ ਜ਼ਮੀਨੀ ਤੌਰ ਦੇ ਉੱਤੇ ਕਿੰਨੀ ਕੁ ਸੱਚ ਹੋ ਰਹੀ ਹੈ। ਜਿਹੜੀ 5 ਰੁਪਏ ਰੇਤਾ ਦੇਣ ਵਾਲੀ ਗੱਲ ਆ ਉਹ ਕਿੰਨੀ ਕੁ ਲੋਕਾਂ ਨੂੰ ਮਿਲ ਰਹੀ ਹੈ। ਜਿਹੜੀ 100 ਰੁਪਏ ਕੇਬਲ ਦੇਣ ਵਾਲੀ ਗੱਲ ਆ ਉਹ ਕਿੰਨੀ ਕੁ ਲੋਕਾਂ ਨੂੰ ਮਿਲ ਰਹੀ ਹੈ। ਚੰਨੀ ਸਾਹਿਬ ਦੇ ਹਰੇਕ ਬਿਆਨ ਨੂੰ ਤਾਂ ਮਾਣਯੋਗ ਸਿੱਧੂ ਸਾਹਿਬ ਨੇ ਕਾਊਂਟਰ ਕੀਤਾ। ਤੋ ਲੋਕਾਂ ਨੇ ਨਹੀਂ ਕੁਝ ਵੀ ਕਿਹਾ, ਨਾ ਕਿਸੇ ਹੋਰ ਪਾਰਟੀ ਨੇ ਕਿਹਾ। ਉਹ ਮਾਣਯੋਗ ਸਿੱਧੂ ਸਾਹਿਬ ਹੀ ਉਹਨੂੰ ਮਤਲਬ ਕੰਡੈਮ ਕਰਦੇ ਰਹੇ ਉਹਦੀ ਹਰ ਗੱਲ ਨੂੰ। ਤਾਂ ਫਿਰ ਤੁਹਾਨੂੰ ਮਤਲਬ ਇਹ ਗੱਲ ਸਵਾਲ ਵੀ ਕਰਨਾ ਮੈਂ ਸਮਝਦਾ ਮੁਨਾਸਿਬ ਨਹੀਂ ਹੈਗਾ ਵੀ ਉਹਨਾਂ ਨੇ ਘੋਸ਼ਣਾ ਕੀਤੀ ਜਾਂ ਕੁਛ ਦਿੱਤਾ ਲੋਕਾਂ ਨੂੰ। ਉਹ ਤਾਂ ਸਿੱਧੂ ਸਾਹਿਬ ਸ਼ਰੇਆਮ ਬੋਲਦੇ ਰਹੇ ਵੀ ਹੋ ਹੀ ਨਹੀਂ ਸਕਦਾ, ਪੋਸੀਬਲ ਹੀ ਨਹੀਂ। ਹੁਣ ਜਿਹੜਾ ਗੱਲ ਤਾਂ ਇਹ ਹੈ ਵੀ ਹੁਣ ਪੰਜਾਬ ਮਾਡਲ ਚੱਲੂਗਾ, ਚੰਨੀ ਮਾਡਲ ਚੱਲੂਗਾ ਜਾਂ ਸੋਨੀਆ ਰਾਹੁਲ ਮਾਡਲ ਚੱਲੂਗਾ, ਇਹ ਉਹ ਆਪ ਹੀ ਨਹੀਂ ਡਿਸਾਈਡ ਕਰ ਪਾ ਰਹੇ। ਪਰ ਗਰੇਵਾਲ ਸਾਹਿਬ ਇੱਕ ਨਾ ਸਵਾਲ ਇੱਥੇ ਇਹ ਵੀ ਉੱਠਦਾ ਵਾ ਕਿ ਜਦੋਂ ਹੁਣ ਆਪਣੇ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਹੈ ਉਹ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਤਿਆਰੀ ਕਰ ਰਹੇ ਨੇ, ਪਰ ਭਗਵੰਤ ਮਾਨ ਇਹ ਕਹਿ ਰਹੇ ਨੇ ਕਿ ਅਸੀਂ ਜਿਹੜਾ ਪੰਜਾਬ ਨੂੰ ਪੰਜਾਬ ਹੀ ਰਹਿਣ ਦੇਣਾ ਵਾ, ਕੈਲੀਫੋਰਨੀਆ ਨਹੀਂ ਬਣਾਉਣਾ। ਕਿਸ ਤਰ੍ਹਾਂ ਦੇਖਦੇ ਹੋ? ਮੇਰੀ ਗੱਲ, ਭਗਵੰਤ ਮਾਨ ਜੀ ਭਰਾ ਆ ਸਾਡੇ, ਉਹਨਾਂ ਨੂੰ ਇਹ ਗੱਲ ਪੁੱਛੋ ਵੀ ਜਿਹੜੇ ਪੁਲਾਂ ਤੋਂ ਚੜ੍ਹ ਜਾਂਦੇ ਆ, ਉੱਤਰ ਜਾਂਦੇ, ਉਹ ਪੁਲ ਕਿਹਨਾਂ ਨੇ ਬਣਾਏ ਹੋਏ, ਕਿਹਨਾਂ ਦੀ ਕਾਰਗੁਜ਼ਾਰੀ 'ਚ ਬਣੇ ਆ। ਔਰ ਜਿੰਨੀ ਡਿਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੋਈ ਹੈ ਉਹ ਨਹੀਂ ਕਿਹਦੇ ਵੇਲੇ ਹੋਈ ਹੈ। ਤੋ ਬਲੇਮ ਕਰਨਾ ਕਿਸੇ ਨੂੰ ਬੜਾ ਆਸਾਨ ਹੁੰਦਾ। ਅਸੀਂ ਐਵੇਂ ਹੀ ਕਿਸੇ ਨੂੰ ਬਲੇਮ ਕਰ ਦਿੰਦੇ ਆ, ਪਰ ਜੋ ਉਹਦੀ ਜ਼ਮੀਨੀ ਹਕੀਕਤ ਉਹਨੂੰ ਦੇਖਣ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਉਹ ਕੀਤਾ। ਆਟਾ ਦਾਲ ਸਕੀਮ, ਮਾਈ ਭਾਗੋ ਸਾਈਕਲ ਸਕੀਮ, ਪੈਨਸ਼ਨ ਸਕੀਮ, ਸ਼ਗਨ ਸਕੀਮ, ਬਿਜਲੀ ਮਾਫੀ, ਔਰ ਹਿਸਟੋਰੀਕਲ ਪਲੇਸਿਸ ਦੀ ਜੇ ਅਸੀਂ ਗੱਲ ਕਰੀਏ, ਸੜਕਾਂ ਗਲੀਆਂ ਦੀ ਗੱਲ ਕਰੀਏ, ਔਰ ਜੇ ਪਾਵਨ ਤੀਰਥਾਂ ਦੀ ਗੱਲ ਕਰੀਏ, ਹਰੇਕ ਭਾਈਚਾਰੇ ਨੂੰ ਬਣਦਾ ਸਤਿਕਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ 'ਚੋਂ ਮਿਲਿਆ। ਤਾਂ ਉਹ ਮੁਜੱਸਮੇ ਕਿਹੜੇ ਮੁੱਕ ਗਏ ਆ, ਖਤਮ ਹੋ ਗਏ ਆ। ਸਾਰੀਆਂ ਚੀਜ਼ਾਂ ਬਣੀਆਂ ਹੋਈਆਂ, ਲੋਕ ਦੇਖਦੇ ਆ। ਔਰ ਲੋਕ ਅੱਜ ਇਸੇ ਗੱਲ 'ਤੇ ਗੱਲ ਕਰਦੇ ਆ ਵੀ ਜੇ ਕੋਈ ਸਟੇਬਿਲਿਟੀ ਦੇ ਨਾਲ ਸਰਕਾਰ ਚਲਾ ਸਕਦਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਦੀ ਸਰਕਾਰ ਹੀ ਹੋ ਸਕਦੀ ਹੈ। ਮਨੀ ਕਈ ਵਾਰ ਕਹਿ ਦਿੰਦੇ ਨੇ ਸੁਖਬੀਰ ਬਾਦਲ ਜਿਹੜੇ ਬਿਆਨ ਦਿੰਦੇ ਨੇ ਉਹ ਪੂਰੇ ਨਹੀਂ ਹੁੰਦੇ। ਕਿਹੜੇ ਬਿਆਨ ਨਹੀਂ ਪੂਰੇ ਹੋਏ ਉਹ ਦੱਸੋ? ਭਗਵੰਤ ਮਾਨ ਜੀ ਦਾ ਨਹੀਂ, ਭਗਵੰਤ ਮਾਨ ਜੀ ਦੇਖੋ, ਮੈਂ ਵੀ ਕੁਛ ਵੀ ਕਹਿ ਸਕਦਾ, ਤੁਸੀਂ ਵੀ ਕੁਛ ਕਹਿ ਸਕਦੇ ਹੋ। ਇਹ ਸਾਡਾ ਸੰਵਿਧਾਨਿਕ ਹੱਕ ਹੈ, ਰਾਈਟ ਟੂ ਸਪੀਕ, ਬੋਲਣ ਦਾ ਸਾਰਿਆਂ ਨੂੰ ਅਧਿਕਾਰ ਹੈਗਾ, ਬੋਲਦੇ ਆ ਲੋਕ। ਪਰ ਮੈਂ ਜਾਤੀ ਤੌਰ 'ਤੇ ਜੇ ਮੈਂ ਆਪਣੀ ਗੱਲ ਕਰਾਂ, ਮੇਰੇ ਨਾਲ ਤਾਂ ਜਿਹੜੀਆਂ ਵੀ ਚੀਜ਼ਾਂ ਉਹਨਾਂ ਨੇ ਕਮਿਟ ਕੀਤੀਆਂ ਸੀ ਉਹ ਸਾਰੀਆਂ ਕਰਕੇ ਦਿੱਤੀਆਂ। ਈਵਨ ਦੈਨ ਹੁਣ ਪੈਨਸ਼ਨ ਵੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਮੁਲਾਜ਼ਮਾਂ ਲਈ ਜਿਹੜੀ ਆ ਪੈਨਸ਼ਨ ਸਕੀਮ ਵੀ ਜਿਹੜੀ ਆ ਉਹ ਵੀ ਤੁਸੀਂ ਅਨਾਉਂਸ ਕਰੋ, ਤਾਂ ਉਹਨਾਂ ਨੇ ਉਹ ਵੀ ਕੀਤੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਆਪ ਦੱਸਣਗੇ। ਨਹੀਂ, ਜਿਵੇਂ ਹੁਣ ਇਹ ਕਹਿੰਦੇ ਨੇ ਕਿ ਜਿਵੇਂ ਕਹਿ ਲਓ ਕਿ ਇਹਨਾਂ ਨੇ ਕਿਹਾ ਸੀ ਕੈਪਟਨ ਸਾਹਿਬ ਨੇ ਕਿ ਸਮਾਰਟਫੋਨ ਦੇਵਾਂਗੇ, ਠੀਕ ਹੈ, ਜਾਂ ਉਹਨਾਂ ਨੇ ਹੋਰ ਕਿਹਾ ਕਿ ਅਸੀਂ ਬੱਚਿਆਂ ਨੂੰ ਸਕੂਟੀ ਵਗੈਰਾ ਦੇਵਾਂਗੇ, ਜਾਂ ਉਹਨਾਂ ਨੇ ਕਿਹਾ ਸੀ ਕਿ ਸਟੱਡੀ ਲੋਨ ਦੇਵਾਂਗੇ, ਹੈ ਨਾ। ਕਾਫੀ ਲੋਕਾਂ ਦੀਆਂ ਅਫਵਾਹਾਂ ਵੀ ਹੈਗੀਆਂ ਸੀ ਕਿ ਇੱਥੋਂ ਤੱਕ ਤਾਂ ਇਹ ਵੀ ਅਫਵਾਹ ਚੱਲੀ ਸੀ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਆਈਲੈਟਸ ਵਾਸਤੇ ਵੀ ਅਸੀਂ ਪੈਸੇ ਦੇਵਾਂਗੇ। ਕੁਝ ਇੱਦਾਂ ਦੀਆਂ ਅਫਵਾਹਾਂ ਵੀ ਚੱਲੀਆਂ ਨੇ। ਮਤਲਬ ਜੇ ਸਾਰਾ ਕੁਝ ਇੱਦਾਂ ਚੱਲਦਾ ਕਿ ਜੇ ਆਪਣੇ ਬੱਚੇ ਫਿਰ ਵੀ ਵਿਦੇਸ਼ ਜਾਂਦੇ ਨੇ ਤੇ ਫਿਰ ਪੰਜਾਬ ਦੇ ਵਿੱਚ ਰਹੂ ਕੌਣ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਦੇ ਵਿੱਚ ਕੌਣ ਖੜੂ ਤੇ ਵੋਟਿੰਗ ਕੌਣ ਕਰੂ? ਨਹੀਂ, ਇਹ ਸਵਾਲ ਤੁਹਾਡਾ ਬਿਲਕੁਲ ਵਾਜਬ ਹੈਗਾ ਕਿ ਆਪਣੇ ਬੱਚਿਆਂ ਦਾ ਜਿਹੜਾ ਦਿਮਾਗ ਹੈ ਉਹ ਸਾਡਾ ਪੰਜਾਬ 'ਚ ਰਹਿਣਾ ਚਾਹੀਦਾ। ਸਾਨੂੰ ਇਹੋ ਜਿਹਾ ਮਾਹੌਲ ਦੇਣਾ ਚਾਹੀਦਾ ਬੱਚਿਆਂ ਨੂੰ। ਔਰ ਸਾਰੀਆਂ ਸਰਕਾਰਾਂ ਨੂੰ, ਕੋਈ ਵੀ ਸਰਕਾਰ ਹੋਵੇ, ਉਹਨਾਂ ਨੂੰ ਇੰਪਲੋਇਮੈਂਟ ਜਨਰੇਟ ਕਰਨੀ ਚਾਹੀਦੀ ਹੈ। ਹੈਲਥ ਦੇ ਪ੍ਰਤੀ ਔਰ ਐਜੂਕੇਸ਼ਨ ਦੇ ਪ੍ਰਤੀ ਪੂਰੀ ਇਮਾਨਦਾਰੀ ਦੇ ਨਾਲ, ਪੂਰੀ ਤਨਦੇਹੀ ਦੇ ਨਾਲ ਕੰਮ ਕਰਨ ਦੀ ਲੋੜ ਹੈ। ਕੋਈ ਵੀ ਗਵਰਨਮੈਂਟ ਆਵੇ, ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਅਕਾਲੀ ਦਲ 'ਚ ਹਾਂ
ਤਾਂ ਮੈਂ ਤਾਂ ਗੱਲ ਕਹਿ ਰਿਹਾ ਸਾਰੀਆਂ ਸਰਕਾਰਾਂ ਨੂੰ, ਜਿਹੜੀ ਵੀ ਸਰਕਾਰ ਆਉਂਦੀ ਹੈ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਜੇ ਅਸੀਂ ਆਪਣੀ ਜਵਾਨੀ ਨਹੀਂ ਸਾਂਭ ਸਕੇ, ਜੇ ਅਸੀਂ ਆਪਦਾ ਫਿਊਚਰ ਨਾ ਸਾਂਭ ਸਕੇ ਤਾਂ ਸਰਕਾਰਾਂ ਦਾ ਵੀ ਕੋਈ ਫਾਇਦਾ ਨਹੀਂ। ਜਿਵੇਂ ਹੁਣ ਦੀ ਗੱਲ ਕਰ ਲਈ ਕਿ ਲੋਕਡਾਊਨ ਚੱਲਦਾ, ਠੀਕ ਪਹਿਲਾਂ ਤਾਂ ਪਿੱਛੇ ਜਿਹੜਾ 1 ਸਾਲ 1.5 ਸਾਲ ਉਹ ਤਾਂ ਲੋਕਡਾਊਨ ਨੇ ਕਰੋਨਾ ਕਾਲ ਦੇ ਵਿੱਚ ਬਿਲਕੁਲ ਹੀ ਖਤਮ ਹੋਇਆ ਨਾ। ਜਿੰਨੇ ਵੀ ਬੱਚੇ ਮੈਂ ਕਹਿੰਦਾ ਵੀ ਉਸ ਸਾਲ ਦੇ ਵਿੱਚ ਪੜ੍ਹੇ, ਕਿਸੇ ਨੇ ਆਨਲਾਈਨ ਸਟੱਡੀ ਸਹੀ ਤਰ੍ਹਾਂ ਕੀਤੀ ਨਹੀਂ। ਹੁਣ ਫੇਰ ਲੋਕਡਾਊਨ ਲੱਗ ਗਿਆ, ਕਲਾਸਾਂ ਫੇਰ ਆਨਲਾਈਨ ਨੇ। ਕਿ ਬੱਚਿਆਂ ਦਾ ਜਿਹੜਾ ਭਵਿੱਖ ਆ ਇਹ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਹੁਣ ਰੈਲੀਆਂ ਹੋ ਰਹੀਆਂ ਨੇ ਜਾਂ ਮਤਲਬ ਪੰਜਾਬ ਦੇ ਵਿੱਚ ਇਕੱਠ ਕੀਤੇ ਜਾ ਰਹੇ ਨੇ ਵੱਡੇ ਵੱਡੇ, ਉਹਨਾਂ ਕਰਕੇ ਉਦੋਂ ਮਤਲਬ ਇਦਾਂ ਦਾ ਕੋਈ ਸੰਭਾਵਨਾ ਨਹੀਂ ਹੁੰਦੀ? ਤੇ ਜਦੋਂ ਬੱਚੇ ਘਰੇ ਬੈਠੇ ਜਾਂ ਸਕੂਲੇ ਜਾਂਦੇ ਆ ਜਾਂ ਆਪਦਾ ਜਿਹੜਾ ਭਵਿੱਖ ਆਉਣ ਵਾਲਾ, ਜਿਨ੍ਹਾਂ ਨੇ ਆਉਣ ਵਾਲੇ ਚਿਹਰੇ ਬਣਨਾ ਜਾਂ ਜਿਨ੍ਹਾਂ ਨੇ ਆਉਣ ਵਾਲੀ ਪੀੜ੍ਹੀ ਨੇ ਐਮਐਲਏ ਖੜਨਾ, ਉਹਨਾਂ ਨੂੰ ਘਰਾਂ ਦੇ ਵਿੱਚ ਬੰਦ ਕੀਤਾ। ਇਹਦੇ 'ਚ ਲੋਕ ਜਿਹੜੇ ਆ ਨਾ ਇਹ ਵੱਡੀ ਭੂਮਿਕਾ ਨਿਭਾ ਸਕਦੇ ਆ, ਪਰ ਇੱਥੇ ਲੋਕ ਵੀ ਅਵੇਸਲੇ ਆ। ਮੈਂ ਇਹ ਹਿਸਾਬ ਲਗਾਇਆ, ਲੋਕਾਂ ਨੂੰ ਵੀ ਇਹ ਆ ਵੀ ਬੋਲ ਹੀ ਸਕਦੇ ਆ, ਕਰਦੇ ਕੁਝ ਨਹੀਂ ਹੈ। ਠੀਕ ਹੈ ਨਾ, ਅਸੀਂ ਬੋਲਦੇ ਆ ਕਰਦੇ ਨਹੀਂ ਕੁਝ। ਤੁਸੀਂ ਦੇਖੋ ਲੋਕਡਾਊਨ ਦੇ ਦਰਮਿਆਨ ਜਦੋਂ ਲੋਕਾਂ ਕੋਲ ਰੋਟੀ ਕਮਾਉਣ ਦੇ ਪੈਸੇ ਹੈ ਨਹੀਂ ਸੀਗੇ, ਲੋਕ ਕੰਮ ਨਹੀਂ ਸੀ ਕਰ ਪਾ ਰਹੇ, ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਸੀ। ਇਹੀ ਸਕੂਲਾਂ ਵਾਲਿਆਂ ਨੇ ਕਿੰਨੀਆਂ ਵੱਡੀਆਂ ਵੱਡੀਆਂ ਫੀਸਾਂ ਲਈ ਬੱਚਿਆਂ ਨੂੰ ਮਤਲਬ ਤੰਗ ਪਰੇਸ਼ਾਨ ਕਰ ਦਿੱਤਾ। ਪੇਰੈਂਟਸ ਜਿਹੜੇ ਆ ਸੜਕਾਂ ਤੇ ਵੀ ਆ ਗਏ। ਪਰ ਸਰਕਾਰ ਨੇ ਇੱਕ ਪਾਸੇ ਕਹਿੰਦੀ ਸੀ ਵੀ ਫੀਸ ਕਿਸੇ ਨੇ ਨਹੀਂ ਲੈਣੀ, ਤਾਂ ਦੂਜੇ ਪਾਸੇ ਉਹਨਾਂ ਨੂੰ ਬੁਲਾ ਕੇ ਮੀਟਿੰਗ ਕਰਕੇ ਕਹਿੰਦੀ ਤੁਸੀਂ ਫੀਸ ਲੈ ਸਕਦੇ ਹੋ। ਇਹ ਗੈਰ ਜ਼ਿੰਮੇਵਾਰੀ ਹੈ ਜਿਹੜੀ ਮੈਂ ਸਮਝਦਾ ਹੈ। ਇਹ ਕਿਸੇ ਵੀ ਸਰਕਾਰ ਨੂੰ ਨਹੀਂ ਹੋਣੀ ਚਾਹੀਦੀ, ਕਿਸੇ ਵੀ ਸਰਕਾਰ 'ਚ। ਔਰ ਲੋਕਾਂ ਨੂੰ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਇਹਦੇ ਲਈ ਜਿੱਥੋਂ ਤੱਕ ਹੋ ਸਕੇ ਪ੍ਰੋਟੈਸਟ ਕਰਨਾ ਚਾਹੀਦਾ, ਕਿਉਂਕਿ ਮੈਂ ਖੁਦ ਯੂਨੀਅਨ ਲੀਡਰ ਰਿਹਾ। ਹਾਂ ਬਿਲਕੁਲ ਮੈਂ ਇਸ ਗੱਲ ਤੋਂ ਕਦੀ ਮੁਨਕਰ ਨਹੀਂ ਹੋ ਸਕਦਾ। ਜਿਹੜੀ ਗੱਲ ਮੈਂ ਕਹਿ ਰਿਹਾ ਉਹ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਮੈਂ ਔਨ ਰਿਕਾਰਡ ਕਹਿ ਰਿਹਾ। ਮਤਲਬ ਲੋਕਾਂ ਨੂੰ ਵੀ ਆਪਣੀ ਭੂਮਿਕਾ ਜਿਹੜੀ ਹੈ ਉਹ ਸਮਝਣੀ ਪੈਣੀ। ਮੈਂ ਸਵਾਲ ਵੀ ਤਾਂ ਕੀਤਾ ਕਿਉਂਕਿ ਤੁਸੀਂ ਹਮੇਸ਼ਾ ਹੱਕਾਂ ਲਈ ਖੜਦੇ ਹੋ ਲੋਕਾਂ ਜੀ। ਚੰਗੇ ਮਾੜੇ ਦੀ ਤੁਹਾਨੂੰ ਪਰਖ ਹੈ ਕਿ ਕਿੱਥੇ ਚੰਗਾ ਕਿੱਥੇ ਮਾੜਾ। ਨਹੀਂ, ਮੈਂ ਹਰ ਇੱਕ ਜਿਹੜੀ ਚੰਗੀ ਗੱਲ ਹੈ ਉਹਦਾ ਸਵਾਗਤ ਕਰਦਾ, ਉਹ ਚਾਹੇ ਕਿਸੇ ਵੀ ਪਾਰਟੀ ਨਾਲ ਜੁੜਦੀ ਹੋਵੇ ਗੱਲ। ਔਰ ਜਿਹੜੀ ਗੱਲ ਕੋਈ ਮਾੜੀ ਹੋਊਗੀ ਜਾਂ ਅੱਗੇ ਵੀ ਇਨ ਫਿਊਚਰ ਵੀ ਹੋਊਗੀ, ਤੁਹਾਨੂੰ ਨਜ਼ਰ ਆਊਗਾ ਕਿ ਚੰਦਨ ਗਰੇਵਾਲ ਜਿੰਦਾ। ਜੀ ਬਿਲਕੁਲ ਜੀ। ਜੇਕਰ ਆਪਾਂ ਗਰੇਵਾਲ ਸਾਹਿਬ ਗੱਲ ਕਰ ਲੈਂਦੇ ਆ ਪਾਰਟੀਆਂ ਦੀ, ਜਦੋਂ ਆਪਾਂ ਚੋਣਾਂ ਬਿਲਕੁਲ ਨਜ਼ਦੀਕ ਹੁੰਦੀਆਂ ਨੇ ਤਾਂ ਪਾਰਟੀਆਂ ਦੇ ਵਿੱਚ ਆਉਣ ਜਾਣ ਲੱਗਾ, ਤਾਂ ਕਿਉਂਕਿ ਜਿਹੜੇ ਮੰਤਰੀ ਨੇ ਚਾਹੇ ਦੂਜੀ ਪਾਰਟੀ ਜਾਂਦੇ ਹੁੰਦੇ ਰਹਿੰਦੇ ਨੇ। ਗੱਲ ਕਰਾਂਗੇ ਰਣਜੀਤ ਸਿੰਘ ਬ੍ਰਹਮਪੁਰਾ ਦੀ। ਰਣਜੀਤ ਸਿੰਘ ਬ੍ਰਹਮਪੁਰਾ ਜਦੋਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਛੱਡਦੇ ਨੇ ਤਾਂ ਕਾਫੀ ਇਲਜ਼ਾਮਬਾਜ਼ੀ ਹੁੰਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਗਦਾਰੀ ਪਾਰਟੀ ਹੈ, ਇਸ ਤਰ੍ਹਾਂ ਦੇ ਕੋਈ ਬਹੁਤ ਸਾਰੇ ਨਸ਼ਾ ਤਸਕਰਾਂ ਦੇ ਜਿਹੜੇ ਇਸ ਤਰ੍ਹਾਂ ਵੀ ਸੰਬੰਧ ਜੋੜੇ ਜਾਂਦੇ ਸਨ। ਪਰ ਇਸ ਵਾਰ ਜਿਹੜਾ ਨਾਲ ਫਿਰ ਜੁੜ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਸੀਟ ਵੀ ਲੜ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਬ੍ਰਹਮਪੁਰਾ ਸਾਹਿਬ ਬਹੁਤ ਸਤਿਕਾਰਯੋਗ ਵਿਅਕਤੀ ਨੇ ਸਾਡੀ ਪਾਰਟੀ 'ਚ, ਪਹਿਲਾਂ ਵੀ ਸੀਗੇ ਤਾਂ ਹੁਣ ਵੀ ਹੈ। ਮੇਰਾ ਕੱਦ ਰੁਤਬਾ ਐਡਾ ਨਹੀਂ ਹੈ ਕਿ ਮੈਂ ਉਹਨਾਂ ਦੇ ਬਿਹਾਫ 'ਤੇ ਉਹਨਾਂ 'ਤੇ ਕੁਛ ਬੋਲਾਂ। ਇਹ ਪਾਰਟੀ ਦਾ ਮੈਟਰ ਹੈ, ਬ੍ਰਹਮਪੁਰਾ ਸਾਹਿਬ ਦੀ ਆਪ ਦੀ ਚੁਆਇਸ ਦਾ ਮੈਟਰ ਆ। ਨਾ ਮੈਂ ਉਹਨਾਂ ਦਾ ਸਪੋਕਸ ਪਰਸਨ ਹੈ, ਕਿਉਂਕਿ ਜਾਤੀ ਸਾਡੀ ਮਰਜ਼ੀ ਆ ਵੀ ਅਸੀਂ ਕਿਹਦੇ ਨਾਲ ਜਾਣਾ ਕਿਹਦੇ ਨਾਲ ਨਹੀਂ ਜਾਣਾ। ਪਰਿਵਾਰਾਂ 'ਚ ਲੜਾਈ ਝਗੜੇ ਹੁੰਦੇ ਆ, ਉਹਦਾ ਨਿਵਾਰਨ ਵੀ ਹੁੰਦਾ, ਉਹ ਸੁਲ੍ਹਾ ਸਫਾਈਆਂ ਵੀ ਹੁੰਦੀਆਂ। ਤਾਂ ਮੈਂ ਇੱਥੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਨਾ ਮੈਂ ਪਾਰਟੀ 'ਚ ਬਹੁਤ ਵੱਡੀ ਜ਼ਿੰਮੇਵਾਰੀ 'ਚ ਹੈਗਾ ਜਿਹੜਾ ਮੈਂ ਕਮੈਂਟ ਕਰਾਂ ਜਾਂ ਮੇਰਾ ਕਮੈਂਟ ਕੋਈ ਮਹੱਤਵ ਰੱਖਦਾ ਹੋਵੇ। ਫਿਰ ਗਰੇਵਾਲ ਸਾਹਿਬ ਕੀ ਲੱਗਦਾ ਹੈ ਕਿ ਸਰਕਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਬਣੂਗੀ? 110% ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਫੁੱਲੀ ਮੈਂਡੇਟ ਦੇ ਨਾਲ ਜਿਹੜੀ ਆ ਸਰਕਾਰ ਬਣਾਏਗੀ। ਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਚੰਦਨ ਗਰੇਵਾਲ ਜੀ ਜੁੜੇ ਸੀ ਤੇ ਮੇਰੇ ਸਾਥੀ ਦਿਲਬਾਗ ਜੀ ਸੀ। ਅੱਜ ਇਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਹਾਲਾਤ ਜਦੋਂ ਦਾ ਮਤਲਬ ਇਲੈਕਸ਼ਨ ਹੁੰਦੀ ਹੈ, ਜਦੋਂ ਦਾ ਭਾਰਤ ਆਜ਼ਾਦ ਹੋਇਆ ਤਾਂ ਸੇਮ ਉਹੀ ਮੁੱਦੇ ਦੁਹਰਾਏ ਜਾਂਦੇ ਨੇ, ਉਹੀ ਰਿਪੀਟ ਕਰਕੇ ਉਹੀ ਵੋਟਾਂ ਲੈਣ ਲਈ ਅਪੀਲਾਂ ਕੀਤੀਆਂ ਜਾਂਦੀਆਂ ਨੇ। ਪਰ ਇਸ ਵਾਰ ਲੱਗਦਾ ਹੈ ਕੁਝ ਵੱਖਰਾ ਹੋਊਗਾ। ਸੋ ਦੇਖਦੇ ਹਾਂ ਨਤੀਜਾ ਕੀ ਨਿਕਲਦਾ। ਹੁਣ ਸਾਨੂੰ ਦਿਓ ਇਜਾਜ਼ਤ। ਕੈਮਰਾਮੈਨ ਗੁਰ ਦੇ ਨਾਲ ਗੁਰਜੀਤ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।